पंजाबी नैशनल टीवी ते एक बार फिर तो स्वागत है जी। ते इसी टिकरी बॉर्डर तो ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ। ਅੱਜ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਐਤਵਾਰ ਵਾਲੇ ਦਿਨ ਇੱਥੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਸੋ ਅਸੀਂ ਟਿਕਰੀ ਬਾਰਡਰ ਤੇ ਖੜੇ ਹਾਂ ਤੇ ਇੱਥੇ ਕਿਸਾਨ ਯੂਨੀਅਨ ਦੇ ਪ੍ਰਧਾਨ ਨੇ, ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕਿਵੇਂ ਹੋ ਜੀ? ਮੈਂ ਚੰਗੇ, ਤੁਸੀਂ ਦੱਸੋ? ਵਧੀਆ। ਅੱਛਾ, ਤੁਸੀਂ ਅੱਜ ਇੱਥੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰ ਰਹੇ ਹੋ ਤੇ ਕਿਵੇਂ ਦਾ ਲੱਗ ਰਿਹਾ ਹੈ? ਨਹੀਂ ਇਹ ਤੇ ਸਾਡਾ ਬਰਾਦਰੀ ਦੇ ਉਹਨਾਂ ਦਾ ਬਹੁਤ ਬੜਾ ਰਿਣ ਹੈਗਾ ਤੇ ਸਾਰਿਆਂ ਨੇ ਮਿਲ ਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਹੈ ਤੇ ਕਸਮ ਖਾਈ ਹੈਗੀ ਕਿ ਜਦੋਂ ਤੱਕ ਉਹਨਾਂ ਦਾ ਜਿਸ ਵਾਸਤੇ ਉਹਨਾਂ ਨੇ ਸੈਕਰੀਫਾਈਸ ਕੀਤਾ, ਜਦੋਂ ਤੱਕ ਉਸ ਗੋਲ ਨੂੰ ਨਾ ਅਸੀਂ ਅਚੀਵ ਕਰ ਲੈਣਗੇ ਉਸ ਵੇਲੇ ਤੱਕ ਅਸੀਂ ਮੁੜਾਂਗੇ ਨਹੀਂ। ਕਿਵੇਂ ਲੱਗ ਰਿਹਾ ਕਿ ਇਹ ਅੰਦੋਲਨ ਜਿਹੜਾ ਆ ਕਾਫੀ ਸਮੇਂ ਤੋਂ ਚੱਲ ਰਿਹਾ ਆ, ਪਹਿਲਾਂ ਪੰਜਾਬ ਦੇ ਵਿੱਚ ਤੇ ਹੁਣ ਇੱਥੇ ਦਿੱਲੀ ਦੇ ਵਿੱਚ ਘੱਟੋ ਘੱਟ ਅੱਜ 20-25 ਦਿਨ ਹੋ ਚੁੱਕੇ ਨੇ। ਲੜਾਈ ਕਮੇਰੇ ਔਰ ਲੁਟੇਰੇ ਕੀ ਹੈਗੀ ਤੇ ਅਸੀਂ ਲੁਟੇਰਿਆਂ ਨਾਲ ਲੜਾਈ ਹੈਗੀ। ਤੁਸੀਂ ਸਮਝਦੇ ਹੋ ਲੁਟੇਰੇ ਕਿੰਨੇ ਮਜ਼ਬੂਤ ਹੁੰਦੇ ਆ, ਲੁੱਟ ਕੇ ਖਾਇਆ ਪੈਸਾ ਉਹਨਾਂ ਦੇ ਕੋਲ ਬਹੁਤ ਹੈਗਾ। ਦਲਾਲ ਹੈਗੀ ਗੌਰਮੈਂਟ ਸਾਡੀ, ਉਹਨਾਂ ਦੀ ਲੁਟੇਰਿਆਂ ਦੀ ਦਲਾਲੀ ਹੈਗੀ ਤੇ ਉਹ ਲੱਗੇ ਨੇ ਆਪਣੀ ਜਿੱਤ ਤੇ ਅੜੇ ਨੇ। ਪਰ ਸਾਡੀ ਕਿਸਾਨ ਦੀ ਵੀ ਜਿੱਤ ਜੋ ਹੈ ਉਹਨਾਂ ਨੂੰ ਪਤਾ ਚੱਲ ਜਾਓ ਇਸ ਵਾਰੀ। ਤੁਸੀਂ ਇੰਨੇ ਟਾਈਮ ਤੋਂ ਲੀਡ ਕਰ ਰਹੇ ਹੋ ਜਥੇਬੰਦੀਆਂ ਨੂੰ, ਤੇ ਕਿਵੇਂ ਲੱਗ ਰਿਹਾ ਹੈ ਕਿ ਸਰਕਾਰ ਜਿਹੜਾ ਆਪਣਾ ਫੈਸਲਾ ਕਦੋਂ ਕੁ ਤੱਕ ਸੁਣਾਵੇ? ਨਹੀਂ, ਸਰਕਾਰ ਹਾਲੇ ਤੱਕ ਤੇ ਸਰਕਾਰ ਨੂੰ ਇਹ ਗਲਤ ਫਹਿਮੀ ਹੈਗੀ ਕਿ ਅਸੀਂ ਮੁੜ ਜਾਣਗੇ। ਸਰਦੀ ਹੈਗੀ, ਸਰਦੀ ਤੇ ਪਰੇਸ਼ਾਨ ਹੋ ਕੇ ਤੇ ਲੰਬਾ ਮੂਵਮੈਂਟ ਚੱਲਦਾ ਨਹੀਂ ਹੈਗਾ, ਇਸ ਤਰ੍ਹਾਂ ਦੀ ਗਲਤ ਫਹਿਮੀ ਕੇ ਸ਼ਿਕਾਰ ਹੋ ਗਏ। ਉਹਨਾਂ ਨੂੰ ਪਤਾ ਨਹੀਂ ਹੈਗਾ ਸੀ ਕਿ ਹਰ ਵਾਰੀ ਕਿਸਾਨ ਮਨ ਬਣਾ ਕੇ ਆਰ ਪਾਰ ਦੀ ਲੜੇਗਾ ਤੇ ਪੱਕਾ ਮਨ ਹੈਗਾ। ਜੇ 6 ਮਹੀਨੇ ਵੀ ਸਰਕਾਰ ਨੇ ਨਹੀਂ ਸੁਣੀ ਤੇ 6 ਮਹੀਨੇ ਵੀ ਅਸੀਂ ਇੱਥੇ ਹੀ ਰਹਿਣਗੇ, ਫੈਸਲਾ ਕਰਕੇ ਹੀ ਜਾਣਾ ਮੁੜ ਕੇ। ਤੇ ਇੰਨੀ ਜ਼ਿਆਦਾ ਠੰਡ ਹੋ ਰਹੀ ਹੈ, ਸਵੇਰੇ ਧੁੰਦ ਹੋ ਜਾਂਦੀ, ਸ਼ਾਮੀ ਧੁੰਦ ਹੋ ਜਾਂਦੀ ਆ, ਤੇ ਕੀ ਪ੍ਰਬੰਧ ਕਰ ਰਹੇ ਹੋ ਤੁਸੀਂ? ਨਹੀਂ ਠੰਡ ਦਾ ਤੇ ਅਸੀਂ ਤੇ ਜ਼ਮੀਂਦਾਰ ਨੇ, ਸਾਰੇ ਕਿਸਾਨ ਹੈਗੇ। ਠੰਡ ਨੂੰ ਤੇ ਰੋਜ਼ ਅਸੀਂ ਵਾਸਤਾ ਸਾਡਾ ਖੇਤ ਤੇ ਪੈਂਦਾ ਹੀ ਹੈਗਾ। ਜਦੋਂ ਪਾਣੀ ਲਾਉਂਦੇ ਖੇਤਾਂ ਤੇ ਠੰਡ ਤੇ ਹੀ ਰਹਿੰਦੇ। ਠੰਡ ਸਾਨੂੰ ਨਹੀਂ ਅੜਦੀ, ਇਹ ਤੇ ਅੜਦੀ ਹੋਗੀ ਜਿਹੜੇ ਸ਼ਹਿਰਾਂ ਤੇ ਬੈਠੇ ਕੋਠੀਆਂ ਤੇ ਰਹਿੰਦੇ ਹੈਗੇ, ਉਹਨਾਂ ਨੂੰ ਠੰਡ ਅੜਦੀ ਹੋਗੀ। ਸਾਨੂੰ ਠੰਡ ਦਾ ਕੁਝ ਨਹੀਂ ਹੈਗਾ, ਅਸੀਂ ਆਪਣਾ ਮਾੜਾ ਮੋਟਾ ਇੰਤਜ਼ਾਮ ਵੀ ਕਰਕੇ ਆਏਗੇ ਤੇ ਸਾਨੂੰ ਕੋਈ ਚਿੰਤਾ ਕਿਸੇ ਚੀਜ਼ ਦੀ ਹੈਗੀ ਨਹੀਂ। ਅਸੀਂ ਬਤਾ ਦਿਆ ਆਰ ਪਾਰ ਕੀ ਕਰਕੇ ਜਾਵਾਂਗੇ। ਜਿਹੜਾ ਫੈਸਲਾ ਆ ਹੁਣ ਸੁਪਰੀਮ ਕੋਰਟ ਦੇ ਕੋਲ ਚਲਾ ਗਿਆ ਹੈ, ਉਹਨਾਂ ਨੇ ਕਿਹਾ ਕਿ ਆਪਣੀ ਕਮੇਟੀ ਬਣਾਈ ਜਾਵੇ, ਤੇ ਕੀ ਲੱਗਦਾ ਹੈ ਕਿ ਗਵਰਨਮੈਂਟ ਦੀ ਚਾਲ ਉਹ ਵੀ ਸਾਰਾ ਇਹਨਾਂ ਨੇ ਕਰਾਇਆ ਹੈਗਾ। ਇਹਨਾਂ ਨੇ ਵੇਖ ਲਿੱਤਾ ਕਿ ਸ਼ਾਇਦ ਕੋਰਟ ਕੇ ਨਾਮ ਤੋਂ ਇਹ ਮੁੜ ਜਾਣਗੇ। ਕੋਰਟ ਜੇ ਸੁਣੇ ਚੰਗੀ ਗੱਲ ਹੈਗੀ, ਜੇ ਸੁਣਦਾ ਹੈਗਾ ਠੀਕ ਤਰ੍ਹਾਂ ਸੁਣਵਾਈ ਆਉਂਦੀ ਉੱਥੇ ਕਰੇ ਉਹ ਆਪਣੀ ਸੁਣਵਾਈ। ਅਸੀਂ ਤਾਂ ਕੋਰਟ ਤੇ ਗਏ ਨਹੀਂ, ਜਿਹੜਾ ਬੰਦਾ ਗਿਆ ਉਹ ਜਾਣੇ ਕੀ ਹੈਗਾ ਕੋਰਟ ਤੇ। ਸਾਡਾ ਮਤਲਬ ਕੋਰਟ ਕੀ ਕਰੇਗੀ ਕੀ ਨਾ ਕਰੇਗੀ ਉਹ ਸਾਨੂੰ ਨਹੀਂ ਲੈਣਾ ਦੇਣਾ ਉਸ ਗੱਲ ਤੋਂ। ਸਾਡੀ ਤੇ ਡਿਮਾਂਡਾਂ ਹੈਗੀ ਜਦੋਂ ਤੱਕ ਪੂਰੀ ਨਾ ਹੋ ਜਾਣਗੀ ਉਸ ਵੇਲੇ ਤੱਕ ਅਸੀਂ ਇੱਥੇ ਹੀ ਜਮੇ ਨੇ। ਹੁਣ ਕੀ ਸੋਚ ਰਹੇ ਹੋ ਕਿ ਜਿਹੜੀ ਅਗਲੀ ਮੀਟਿੰਗ ਹੈ ਉਹ ਹੁਣ ਪਹਿਲ ਸਾਡੇ ਕਿਸਾਨਾਂ ਵੱਲੋਂ ਹੋਏਗੀ ਕਿ ਸਰਕਾਰ ਵੱਲੋਂ? ਨਹੀਂ, ਉਹ ਤਾਂ ਮੈਂ ਜਿਸ ਤਰ੍ਹਾਂ ਦੀ ਖਬਰਾਂ ਹੈਗੀ ਸਰਕਾਰ ਫਿਰ ਸਾਨੂੰ ਬੁਲਾਵਾ ਭੇਜਣ ਦੀ ਸੋਚ ਰਹੀ ਹੈਗੀ। ਅੱਜ ਸਾਡੀ ਮੀਟਿੰਗ ਹੈਗੀ 2 ਵਜੇ ਉੱਥੇ ਸਾਰੀ ਜਥੇਬੰਦੀਆਂ ਦੀ ਇਸੇ ਗੱਲ ਤੇ। ਲੇਕਿਨ ਜਾਣ ਦਾ ਕੋਈ ਮੈਂ ਸਮਝਦਾ ਨਹੀਂ ਕੁਛ ਹੈਗਾ। ਜਦੋਂ ਤੱਕ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਪ੍ਰਪੋਜ਼ਲ ਭੇਜੋ ਸਾਨੂੰ, ਉਹਨਾਂ ਨੇ ਪ੍ਰਪੋਜ਼ਲ ਭੇਜਿਆ, ਉਹ ਸਾਡੇ ਮਤਲਬ ਦਾ ਹੈਗਾ ਨਹੀਂ ਸੀ ਤੇ ਅਸੀਂ ਰਿਜੈਕਟ ਕਰ ਦਿੱਤਾ। ਜਦੋਂ ਤੱਕ ਨया ਪ੍ਰਪੋਜ਼ਲ ਨਾ ਆਏ, ਪੋਜ਼ਿਟਿਵ ਕੋਈ ਗੱਲ ਨਾ ਆਏ ਨਿਕਲ ਕੇ, ਉੱਥੇ ਜਾ ਕੇ ਕੀ ਕਰਨਾ ਮੀਟਿੰਗ ਤੇ? ਕੋਈ ਉਹਨਾਂ ਦੀ ਚਾਹ ਪੀ ਕੇ ਆਉਣਾ ਸੀ। ਤੋ ਮੈਂ ਤੇ ਨਹੀਂ ਸਮਝਦਾ ਉੱਥੇ ਜਾਣ ਦਾ ਕੋਈ ਫਾਇਦਾ ਹੈਗਾ ਜਦੋਂ ਤੱਕ ਸਰਕਾਰ ਕਲੀਅਰ ਨਾ ਆਏ। ਤੁਸੀਂ ਵੇਖ ਰਹੇ ਹੋ ਪ੍ਰਧਾਨ ਮੰਤਰੀ ਰੋਜ਼ ਬਿਆਨ ਦੇ ਰਿਹਾ ਕਿ ਕਿਸਾਨਾਂ ਨੂੰ ਸਮਝ ਨਹੀਂ ਹੈਗੀ। ਬਿੱਲ ਤੇ ਚੰਗਾ ਹੈਗਾ, ਕਿਸਾਨਾਂ ਨੂੰ ਸਮਝ ਨਹੀਂ ਹੈਗੀ। ਪਹਿਲੇ ਤਾਂ ਉਹ ਮੰਨੇ ਕਿ ਗੜਬੜ ਹੋਈ ਹੈਗੀ, ਉਹ ਆਪਣੀ ਭਾਸ਼ਾ ਨੂੰ ਚੇਂਜ ਕਰੇ, ਉਹ ਕਹੇ ਕਿ ਸਾਡੇ ਨਾਲ ਅਸੀਂ ਕੁਝ ਗਲਤੀ ਕੀਤੀ ਹੈਗੀ, ਕਾਨੂੰਨਾਂ ਤੇ ਕੋਈ ਖਾਮੀ ਹੈਗੀ, ਤਾਂ ਕਰਕੇ ਇੰਨਾ ਕਿਸਾਨ ਇੱਥੇ ਆਇਆ ਹੈਗਾ ਦਿੱਲੀ ਚੱਲ ਕੇ। ਪਹਿਲੇ ਤਾਂ ਪ੍ਰਧਾਨ ਮੰਤਰੀ ਸਿੱਧੀ ਗੱਲ ਕਰੇ ਨਾ। ਹਾਲੇ ਤਾਂ ਉਹ ਮਾਨ ਹੀ ਨਹੀਂ ਰਿਹਾ ਕਿ ਮੈਂ ਕੁਝ ਗਲਤ ਕੀਤਾ ਹੈਗਾ। ਅੱਜ ਵੀ ਉਸਨੇ ਕਿਹਾ ਹੈਗਾ ਕਿ ਤੁਸੀਂ ਪੜ੍ਹੋ ਇਹਨੂੰ, ਈ ਬੁੱਕ ਤੇ ਪੜ੍ਹੋ ਤੁਸੀਂ ਇਹਨੂੰ। ਉਹ ਸਾਨੂੰ ਈ ਬੁੱਕ ਤੇ ਪੜ੍ਹਾਉਣਗੇ। ਉਹ ਇਹ ਕਹੇਗਾ, ਉਹ ਕਹਿ ਰਹੇ ਕਿਸਾਨਾਂ ਵਾਸਤੇ ਹੈਗਾ ਬਿੱਲ, ਅਸੀਂ ਕਹਿ ਰਹੇ ਸਾਨੂੰ ਨਹੀਂ ਚਾਹੀਦਾ। ਤੇ ਫਿਰ ਗੁਜਰਾਤ ਦੇ ਵਿੱਚ ਜਾ ਕੇ ਕਿਸਾਨਾਂ ਦੇ ਵਿੱਚ ਭਾਸ਼ਣ ਦੇ ਕੇ ਆ ਰਹੇ ਨੇ ਪ੍ਰਧਾਨ ਮੰਤਰੀ ਜੀ, ਤੇ ਜਦ ਕਿ ਕਿਸਾਨ ਤਾਂ ਸਾਰੇ ਇੱਥੇ ਬੈਠੇ ਨੇ। ਮੈਂ ਤੁਹਾਨੂੰ ਦੱਸਾਂ, ਗੁਜਰਾਤ ਤੇ ਇਹਨਾਂ ਨੇ ਸਾਡੇ ਸਾਰੇ ਪੰਜਾਬੀ ਕਿਸਾਨ ਸੱਦੇ ਉੱਥੇ, ਇਹਨਾਂ ਦੀ ਜ਼ਮੀਨ ਛੀਨੀ ਇਸਨੇ। ਇਹਨਾਂ ਨੇ ਉਹ ਜਿਹੜੇ ਕਿਸਾਨ ਉੱਥੇ ਹੈਗੇ ਸੀ ਸਾਰਿਆਂ ਦੇ ਪੱਟੇ ਕੈਂਸਲ ਕਰਕੇ ਜ਼ਮੀਨਾਂ ਛੀਨੀ ਇਸੀ ਮੋਦੀ ਨੇ, ਜਿਸ ਵੇਲੇ CM ਹੈਗਾ ਸੀ। ਉਹ ਗਏ ਹਾਈ ਕੋਰਟ ਨੇ ਉਹਨਾਂ ਦੇ ਹੱਕ ਤੇ ਫੈਸਲਾ ਦਿੱਤਾ ਕਿ ਜ਼ਮੀਨ
ਕਿਸਾਨਾਂ ਦੀ ਹੈਗੀ, ਕਿਸਾਨਾਂ ਨੂੰ ਰਹਿਣੀ ਚਾਹੀਦੀ। ਇਹ ਮੁੜ ਕੇ ਮੋਦੀ ਸੁਪਰੀਮ ਕੋਰਟ ਗਿਆ ਉਹਨਾਂ ਦੇ ਖਿਲਾਫ। ਇਹ ਤੇ ਉਹਨਾਂ ਦਾ ਪੱਕਾ ਦੁਸ਼ਮਣ ਨੇ, ਉਹ ਤੇ ਮਜਬੂਰੀ, ਉਹ ਵਿਚਾਰੇ ਉੱਥੇ ਸਾਡੇ ਥੋੜੇ ਜਿਹੇ ਪੰਜਾਬੀ ਭਾਈ ਹਰਿਆਣਾ ਦੇ, ਯੂਪੀ ਦੇ ਜੋ ਐਕਸ-ਸਰਵਿਸਮੈਨ ਹੈਗੇ, ਉਹ ਉੱਥੇ ਅਲੋਟਮੈਂਟ ਉਹਨਾਂ ਨੂੰ ਹੋਈ ਸੀ। ਕੱਛ ਤੇ ਕੁਝ ਨਹੀਂ ਹੁੰਦਾ ਸੀ ਅੱਗੇ। ਸਾਡੇ ਉੱਤਰ ਭਾਰਤ ਕੇ ਜਿਹੜੇ ਕਿਸਾਨ ਸੀ ਉਹਨਾਂ ਨੇ ਬੜਾ ਮਿਹਨਤ ਕੀ, ਖਟ ਕੇ ਕੰਮ ਕੀਤਾ, ਚਮਨ ਬਣਾਇਆ ਇਲਾਕੇ ਨੂੰ। ਜਦੋਂ ਇਹਨਾਂ ਨੂੰ ਲੱਗਿਆ ਗੁਜਰਾਤੀਆਂ ਨੂੰ ਕਿ ਇਲਾਕਾ ਤੇ ਬਹੁਤ ਚੰਗਾ ਫਸਲਾਂ ਇੱਥੇ ਆਉਂਦੀ ਹੈਗੀ, ਤੇ ਇਸਨੇ ਦਾਅ ਚਲਾ, ਪੱਟੇ ਕੈਂਸਲ ਕਰਕੇ ਕਿਹਾ ਕਿ ਤੁਸੀਂ ਹੁਣ ਜ਼ਮੀਨ ਛੱਡੋ। ਉਹ ਕਿਸਾਨ ਗਏ ਹਾਈ ਕੋਰਟ, ਇਹ ਸੀਐਮ ਸੀ ਉਸ ਵੇਲੇ, ਉਹ ਹਾਈ ਕੋਰਟ ਗਏ, ਹਾਈ ਕੋਰਟ ਤੇ ਫੈਸਲਾ ਉਹਨਾਂ ਦੇ ਹੱਕ ਤੇ ਆਇਆ। ਇਸਨੇ ਅਪੀਲ ਕੀਤੀ ਸੁਪਰੀਮ ਕੋਰਟ ਤੇ, ਸ਼ਰਮ ਨਹੀਂ ਆਈ ਇਸਨੂੰ। ਇਹ ਤੇ ਉਹਨਾਂ ਨੂੰ ਉਜਾੜਨ ਨੂੰ ਫਿਰਦਾ ਹੈਗਾ। ਅੱਜ ਮੁਸੀਬਤ ਹੈਗੀ ਤੇ ਉਹਨਾਂ ਨੂੰ ਸੱਦ ਕੇ ਕਹਿੰਦਾ ਮੈਂ ਬੜਾ ਚੰਗਾ ਕੀਤਾ, ਤੁਸੀਂ ਮੇਰੀ ਸਪੋਰਟ ਕਰੋ। ਇਹ ਬੇਰੂਪੀਆ ਹੈਗਾ, ਇਹਦਾ ਕੋਈ ਰੂਪ ਨਹੀਂ। ਇਹ ਦਿਨ में 4 ਵਾਰੀ ਡਰੈਸ ਬਦਲਦਾ, ਕਹਿੰਦਾ ਮੈਂ ਫਕੀਰ। ਕੋਈ ਫਕੀਰ ਲੱਖ ਕਈ ਲੱਖ ਦੀ ਡਰੈਸ 4 ਵਾਰੀ ਬਦਲਦਾ ਦਿਨੇ, ਤੇ ਕਾਹਦਾ ਫਕੀਰ ਨੇ। ਇਹ ਡਾਕੂ, ਵੱਡਾ ਡਾਕੂ ਹੈਗਾ। ਇਹਨੇ ਪੂਰੇ ਦੇਸ਼ ਲੁੱਟ ਲਿੱਤਾ, ਵੇਚ ਦਿੱਤਾ, ਵੇਚਣ ਤੇ ਲੱਗਿਆ। ਜਦ ਇੰਡਸਟਰੀ ਫੈਕਟਰੀਆਂ ਵੇਚ ਲੀਤੀ ਤੇ ਹੁਣ ਕਿਸਾਨਾਂ ਦਾ ਨੰਬਰ ਲਾ ਦਿੱਤਾ। ਸਰਕਾਰ ਦਾ ਕਹਿਣਾ ਤਾਂ ਇਹ ਹੈ ਕਿ ਜਿਹੜੇ ਇੱਥੇ ਕਿਸਾਨ ਬੈਠੇ ਨੇ ਉਹ ਨਕਲੀ ਕਿਸਾਨ ਨੇ। तो नकली असली का सर्टिफिकेट सानू सरकार ते लेना पऊ। ये सर्टिफिकेट नहीं छड्डो, ये सर्टिफिकेट वो कौन होंदा सर्टिफिकेट देने वाला? जे नकली असी हैगे तो तू सानू क्यों बार बार सद रहा हैगा? जे असी नकली हैगे तो क्यों बार सद रहा हैगा? आज भी इनविटेशन आना हैगा, आज भी ते नकली हैगे तो छड़, फिर सानू असी आप वेख लेंगे। ਅੱਜ ਸਰਕਾਰਾਂ ਦਾ ਇਨਵੀਟੇਸ਼ਨ ਆਏਗਾ। ਆਹੋ, ਉਹਨਾਂ ਦੀ ਸਾਨੂੰ ਪਤਾ ਚੱਲਿਆ ਕਿ ਕੱਲ ਨੂੰ ਫਿਰ ਉਹ ਇੱਕ ਮੀਟਿੰਗ ਕਰਨਾ ਚਾਹਦੇ ਸਾਡੇ ਨਾਲ। ਅਬ ਮੈਂ ਤੁਹਾਨੂੰ ਪਹਿਲੇ ਹੀ ਕਹਿ ਦਿੱਤਾ ਕਿ ਸਾਡਾ ਕੋਈ ਇੰਟਰਸਟ ਨਹੀਂ, ਜਦੋਂ ਤੱਕ ਕਲੀਅਰ ਨਾ ਆਏ। ਪਹਿਲੇ ਤਾਂ ਮੋਦੀ ਕਹੇ ਗਲਤੀ ਹੋਈ ਹੈ, ਅਸੀਂ ਠੀਕ ਕਰਨਗੇ। ਉਸ ਵੇਲੇ ਤੱਕ ਜਾਣ ਦਾ ਉੱਥੇ ਕੋਈ ਫਾਇਦਾ ਨਹੀਂ ਹੈਗਾ, ਜਿੰਨੇ ਤੱਕ ਉਹ ਆਪਣੀ ਗਲਤੀ ਨਹੀਂ ਮੰਨਦਾ ਹੈਗਾ। पहले मोदी सोच रहा था ये नकली है, 15 दिन तक मोदी नहीं बोला। जब मोदी ने 15 दिन तक ये हड़के में लिया, ये बैठ के चले जाएंगे, मोदी ने तो अब पता चला है ये ओरिजिनल है, ओरिजिनल यहाँ रुके हुए हैं। जब मोदी के पास जो नकली है, अब मोदी उनको भगाने लग गया। जाओ पब्लिक में, जाओ पब्लिक में दिखाओ। मोदी के पास एमएलए एमपी वे आराम से बैठते थे। 4 साल पहले 5 साल राज कर गया, उनके कोई एमपी एमएलए एरिया में नहीं देखा। अब एरिया में क्यों जा रहे हैं वे? अब जा क्यों मीटिंग कर रहे हैं? जो उनके नकली हैं उनको साथ ले लेकर और वहां जाते हैं और अपना प्रदर्शन कर रहे हैं। असली वाले जो बॉर्डर पे बैठे हैं ये है असली। यहाँ आके बैठ के देखो, उनके कपड़े देखो और इन किसानों के कपड़े देखो, इनकी पगड़ी देखो। वे रहते हैं एसी में, और जो सर्दी का और गर्मी का, इससे तो खेलते हैं हमारे किसान। सर्दी ने गर्मी नहीं मानते, वे मानते हैं अपना एसी और गर्म हीटर। सूट बूट वाली सरकार क्या जानता है? वो उनको क्या जानेगी? वो पैसे गिनने जानते हैं। उनने खाली ये हल चलाना या ट्रैक्टर चलाना ये नहीं आता, उनको पैसे। जो उनके एमपी हैं उनकी इंक्वायरी करो ना, उनको यहाँ पब्लिक में लेकर आओ, और उनके एक काउंसलर बनता है, थोड़े दिन में वो 10 का 15 करोड़ का आदमी हो जाता है। कहाँ से हो जाता है? सब पब्लिक का जो पैसा है वो खाते हैं। ਬਾਕੀ ਜਿਹੜੇ ਕਾਰਪੋਰੇਟ ਘਰਾਣੇ ਨੇ ਉਹਨਾਂ ਦੇ ਕਰਜ਼ਾ ਮਾਫ ਕਰਨ ਦੀ ਤਾਂ ਗੱਲ ਹੋ ਜਾਂਦੀ ਹੈ, ਪਰ ਕਿਸਾਨਾਂ ਦੇ ਕਰਜ਼ਾ ਮਾਫ ਕਰਨ ਦੀ ਕੋਈ ਗੱਲ ਹੀ ਨਹੀਂ। ऐसा है, जो उनके पिट्ठू हैं उनका कर्जा माफ होता है, वे लोन लेते हैं उन्हीं की फाइल में। जो सबसे निचला किसान है उसका कभी आज तक कर्जा माफ नहीं हुआ है। उसका माफ होता तो आज ये आत्महत्या नहीं करते। ये असली किसान यहाँ हैं जो बेचारे दिन रात यहाँ बैठे रहते हैं, और उनका हार्ट अटैक उनके नहीं होता, वे वहां बैठे हैं। अब उनके काउंसलर दिल्ली में जाके हड़ताल कर रहे हैं, केजरीवाल के घर के आगे बैठे हैं। आज से पहले क्यों नहीं गए वे? आज से पहले उनको कोई उनका पैसा वो नहीं था। अब उनका जो भी आदमी है सरकार का, वो चलता है तो पुलिस वाले उनके आगे जिप्सी लेके चलते हैं, रास्ता देते हैं। किसान जाता है तो उनके आगे रास्ता रोकते हैं, पानी छिड़कते हैं, रोड पाटते हैं। तो असली किसान कौन होया? पुलिस वाले भी उनके साथ हैं। हमारी जो फौज में हमारे भाई हैं, बच्चे हैं, वे अपने वहां पे वे हमारे साथ हैं। जो लगातार फौज ਵਧਾਈ ਜਾ ਰਹੀ है, डर पैदा करने ले रही। डर के लिए
हमारे वे किसी तरह भी आओ, यहाँ हमारे साथ बैठो, हमारे साथ जवाब करो। हमारे किसान डरने वाले नहीं है। हमारे साथ खेत में चलो, उन्हें पता चल जाएगा ओरिजिनल कौन सा हर नकली कौन सा। ਸੋ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਵਿਰੋਧ ਹੈ ਉਹ ਲਗਾਤਾਰ ਜਾਰੀ ਹੈ। ਸੋ ਨਾਲ ਹੀ ਨਾਲ ਇੱਥੇ ਜਿੱਦਾਂ ਅਸੀਂ ਗੱਲ ਕਰ ਰਹੇ ਸੀਗੇ ਕਿ ਕਿਸਾਨ ਯੂਨੀਅਨ ਦੇ ਪ੍ਰਧਾਨ ਪਹੁੰਚੇ ਹੋਏ ਨੇ ਤੇ ਤਮਿਲਨਾਡੂ ਤੋਂ ਵੀ ਲੋਕ ਇੱਥੇ ਮੌਜੂਦ ਨੇ। ਸੋ ਹਿੰਦੀ ਦੀ ਉਹੀ ਗੱਲ ਹੈ ਕਿ ਥੋੜੀ ਦਿੱਕਤ ਆਏਗੀ। ਸੋ ਮੈਂ ਇਹਨਾਂ ਨੂੰ ਪੁੱਛਣਾ ਚਾਹੂੰਗੀ ਤਾਂ ਤੁਸੀਂ ਟ੍ਰਾਂਸਲੇਟ ਕਰ ਦਿਓ कि कल मैं और दसने चाहूँ, अभी इन्होंने क्या किया कि हरियाणा पंजाब में जो हमारा एक SYL का मुद्दा है उसको उठा रहे हैं ये लोग। ये हमारे बीच में हम एक दरार डालना चाहते हैं। मैं आपके माध्यम से चेतावनी देता हूँ कि इतने बेवकूफ़ नहीं है किसान। वो मामला जब ये बीजेपी 10 साल बादल साहब के साथ सरकार में थी तो इनको याद नहीं आया। आज जब ये आंदोलन किसान मरने मारने की लड़ाई लेके यहाँ खड़ा हुआ है तो हम में दरार, हरियाणा पंजाब के किसान में दरार डालने की कोशिश कर रहे हैं। इनकी पंचायतें गाँव में हो रही हैं, हमारे किसान इकट्ठा होकर भगा रहे हैं इनको। अभी तो भगा रहे हैं, अगर ये नहीं बाज आए तो पीटेंगे इनको। ਕੱਲ ਵੀ ਆਈ ਥਿੰਕ ਭੁੱਖ ਹੜਤਾਲ ਕੀਤੀ ਗਈ ਹੈ ਸ਼ਾयद ਇਹਨਾਂ ਦੇ ਵੱਲੋਂ, ਬੀਜੇਪੀ ਵੱਲੋਂ, ਤੇ ਕਿਸਾਨ ਉੱਥੇ ਪਹੁੰਚੇ ਨੇ। नहीं, किसानों ने कल इनके तंबू उखाड़े हैं कई जगह और इनको दौड़ाया। अभी तो दौड़ा रहे हैं, फिर इनको पीटेंगे भी। ये गलतफहमी के शिकार हैं। हरियाणा पंजाब जो है अलग नहीं है। हरियाणा पंजाब जो है दो नाम जो है सरकार ने दिए हैं, ये एक है। ये सारा मामला एकजुट है। भाषा का अंतर तो हर 14 किलोमीटर में भाषा थोड़ी बदल जाती है, हो सकता है भाषा में थोड़ी सी हो, लेकिन इनका खून एक है। इनका सब कुछ भाईचारा, इनका जो है सदियों पुराना भाईचारा है। आज से नहीं, हजारों साल से इन्होंने इस दिल्ली पे को बचाने और इस देश के बचाने की लड़ाई लड़ी है। इस दिल्ली में जो जालिम आया उसकी जड़ें इन्होंने उखाड़ी हैं। जब ये इलाका खड़ा हो जाता है तो दिल्ली हिलती है, और अब आज ये इलाका खड़ा है तो मोदी साहब पिछला इतिहास पढ़ लें कि जब ये खड़े हो जाते हैं तो दिल्ली में कोई रह नहीं पाता। अब उनके दिन पूरे हो गए हैं। अब ये तमिलनाडु ਜੀ ਮੈਂ ਇਹਨਾਂ ਦੇ ਕੋਲ ਪੁੱਛਣਾ ਚਾਹਾਂਗੀ ਕਿ ਇਸ ਅੰਦੋਲਨ ਦੇ ਵਿੱਚ ਆ ਕੇ ਇਹਨਾਂ ਨੂੰ ਕਿਵੇਂ ਲੱਗ ਰਿਹਾ ਹੈ ਤੇ ਕਿਸ ਤਰੀਕੇ ਨਾਲ ਦੇਖ ਰਹੇ ਨੇ ਕਿ ਪੰਜਾਬ ਦੇ ਹਰਿਆਣਾ ਦੇ ਕਿਸਾਨ ਇੱਥੇ ਬੈਠੇ How ਨੇ। you feel when you came here and you saw the people from Haryana and Punjab, they are here and they are fighting against their cause, and not their cause, they fighting for the cause of the farmers of the country. Of course, every year we used to come to Delhi in the month of March to attend the farmers rally. Every time I have toured Haryana, Punjab, some days, some 10 days I was in Punjab farmers. I went to village, and they are struggling like anything. Because the farmers are the first Indian farmers, Punjab people entered the Green Revolution. So they spent many heavy money investment, and finally what they got is very, very less income out of that. Their struggle is also, they struggled like anything to every time, not only this time, every time, but this time really I astonished to see such a huge crowd and laying in this road more than for 25 days. Really, it is a very great thing for the sake of Indian farmers, not only Punjab, not only Haryana. They are really, we have to salute them for their militant and their polite agitation. You are from Tamil Nadu, right? So how's the situation? How the situation of farmer in Tamil Nadu? Tamil Nadu also farmers are totally against these laws, these three farming laws. But what is the pathetic condition? What is the problem for Tamil Nadu farmers to come to participate in every time to Delhi is very far away. Every time we have to spend nearly 25,000 for coming and going expenditure. It is not so easy for a farmer to come here, to stay here. So that is why even then nearly 100,000 of farmers, we came here and we gave our support to these agitating farmers. In Tamil Nadu also, many places we protested in some level, and also we are also planning again and again to come and join with this. Any message for government? Any message for government? Last question. What? Any message for government? Actually, government has to come and talk with the farmers. Actually, 60% of the Indian population is farmers. Without farmers, no government, no country can survive.
but they are not even ready to talk with the farmers. Means what nonsense these people are doing. They don't know anything about the farmers crisis, exact crisis, what they are really, what they are facing in the land, what they are facing in the price fixation also. Actually, as per MS Swaminathan, they have to fix at least 2,000 rupees per quintal paddy, but they are fixing less than that. They are not procuring all the paddy. So every year, for each and every quintal, the farmers are losing more than 500 rupees. You totally calculate what is the amount comes. If the government gives that amount, every entire farmers of India, particularly the Punjab and Haryana farmers, there will not be any loan. Everything will be written off. But the government is sucking the bloods of farmers, sucking each and everybody. They are terrible. This is not a government really. They are like Hitler. Our Modi is like Hitler to killing the farmers and sucking the bloods of the farmers. ये आपने कहा कि हम हर साल मार्च में यहाँ आते हैं। हमारा जो इंडियन कोऑर्डिनेशन कमेटी है फार्मर्स की, उसमें पंजाब हरियाणा, उसमें देश के तमाम किसान संगठन हैं। तमिलनाडु फार्मर्स एसोसिएशन भी उसकी मेंबर है। और जनरली हम मार्च और अक्टूबर में दिल्ली में मीटिंग करते हैं, क्योंकि दक्षिण भारत के लोगों के लिए इस दिसंबर जनवरी में यहाँ आना बड़ा मुश्किल होता है। वो सर्दी के हैबिचुअल नहीं हैं, तो ये आते रहते हैं रेगुलर, ये अटेंड करते हैं। वो नेशनल कोऑर्डिनेशन का जो होता है हमारा सालाना जो होता है वहाँ पे, तो अब भी ये आए हैं। ये पंजाब के गाँव में रुकते हैं, जब आते हैं साल में 2 दफ़े, तो हरियाणा पंजाब में आते हैं। और इनका ये कहना है कि पंजाब हरियाणा वो स्टेट हैं जिन्होंने ग्रीन रेवोल्यूशन में एक अग्रणी रोल अदा किया था और जिन्होंने इस देश की भूख को मिटाया था। आज बड़ा दुखद है, सरकार की जो नीतियां हैं वो किसान को बर्बाद करने पे तुले हुए हैं। किसान को हर तरह से मतलब उसके जो है ना उसकी कीमत दी जा रही है। और मैं सलूट करता हूँ ये जो आंदोलन है, पंजाब हरियाणा के लोगों ने जो आंदोलन खड़ा किया, मैं उसको सलूट करता हूँ। और तमिलनाडु से क्योंकि बहुत दूर है, एक किसान का आने जाने का खर्चा 20-25 हज़ार रुपये हो जाता है। उसके बाद भी हम हज़ारों किसान यहाँ हैं और हर तरह से हम किसानों के साथ हैं। और इनका ये कहना कि ये सरकार नहीं है, ये सरकार तो किसान का खून पी रही है। हम 60% ही हैं देश में और मेजॉरिटी है देश की। किसान के बिना इस देश की कल्पना भी नहीं की जा सकती। उसके बाद भी ये सरकार निरंकुशता से किसान को रौंद रही है। किसान के हितों को अनदेखा करके जो बिजनेसमैन है उनको प्रमोट कर रही है। ਕਹਿਣ ਦਾ ਮਤਲਬ और ਇਹ हम ਹੈ, इसकी निंदा ਹਾਂਜੀ, करते हैं। ਕਹਿਣ ਦਾ ਮਤਲਬ ਇਹ ਹੈ ਕਿ ਸਰਕਾਰ ਦਾ ਵਿਰੋਧ ਜਿਹੜਾ ਆ ਉਹ ਲਗਾਤਾਰ ਚੱਲ ਰਿਹਾ ਆ। ਸੋ ਹਰ ਕੋਈ ਇਹੀ ਗੱਲ ਕਹਿ ਰਿਹਾ ਆ ਕਿ ਅਸੀਂ ਆਪਣੇ ਹੱਕ ਲਏ ਬਗੈਰ ਇਸ ਤੋਂ ਵਾਪਸ ਨਹੀਂ ਜਾਣਾ। ਸੋ ਤੁਸੀਂ ਲਗਾਤਾਰ ਲਾਈਵ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ ਤੋਂ।